ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਫੈਕਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀਆਂ ਨੇ ਹਰ ਪਾਸੇ ਬਹੁਤ ਨਾਮ ਖੱਟਿਆ, ਚਾਹੇ ਕਰਤਾਰਪੁਰ ਲਾਂਘੇ ਲਈ 550 ਮਿਲੀਅਨ ਪਾਉਂਡ ਦੀ ਸੇਵਾ ਕਰਨ ਵਾਲੇ ਪੀਟਰ ਵਿਰਦੀ ਦੀ ਗੱਲ ਕਰੀਏ, ਜਾਂ ਫਿਰ ਸਭ ਤੋਂ ਵੱਧ ਰੋਲਜ਼ ਰॉयस ਕਾਰਾਂ ਰੱਖਣ ਦੇ ਸ਼ੌਕੀਨ ਰੁਬੇਨ ਸਿੰਘ ਦੀ ਗੱਲ ਕਰੀਏ। ਗੱਲ ਭਾਵੇਂ ਟੈਕਨੀਕਲ ਜਾਂ ਫਿਰ ਟੈਕਨੋਲੋਜੀ ਦੇ ਖੇਤਰ ਦੀ ਹੋਵੇ, ਰੀਅਲ ਏਸਟੇਟ ਦੇ ਖੇਤਰ ਦੀ ਹੋਵੇ, ਜਾਂ ਫਿਰ ਦਵਾਈਆਂ ਦੇ ਖੇਤਰ ਦੀ ਹੋਵੇ, ਪੰਜਾਬੀਆਂ ਨੇ ਹਰ ਪਾਸੇ ਆਪਣੇ ਝੰਡੇ ਗੱਡੇ ਹਨ। ਅੱਜ ਆਪਾਂ ਗੱਲ ਕਰਾਂਗੇ ਉਹਨਾਂ 5 ਸਿੱਖ ਪੰਜਾਬੀਆਂ ਦੀ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਬਹੁਤ ਨਾਮ ਅਤੇ ਪੈਸਾ ਖੱਟਿਆ ਤੇ ਨਾਲ ਦੀ ਨਾਲ ਹੀ ਬਹੁਤ ਵੱਡੇ ਪੱਧਰ ਤੇ ਸੇਵਾ ਵੀ ਕੀਤੀ ਹੈ। ਤੇ ਚਲੋ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ। ਇਸ ਲਿਸਟ ਦੇ ਚੋਟੀ ਤੇ ਆਉਂਦੇ ਹਨ ਪੀਟਰ ਵਿਰਦੀ, ਜੋ ਕਿ ਇੰਗਲੈਂਡ ਦੇ ਮਸ਼ਹੂਰ ਪੰਜਾਬੀ ਸਿੱਖ ਕਾਰੋਬਾਰੀ ਹਨ। ਪੀਟਰ ਵਿਰਦੀ ਦਾ ਜਨਮ ਇੰਗਲੈਂਡ ਬਰਮਿੰਘਮ ਵਿਖੇ ਹੋਇਆ। ਇਸ ਦਾ ਮੁੱਖ ਕਾਰਨ ਇਹਨਾਂ ਦੇ ਪਿਤਾ ਸਨ 1950 ਵਿੱਚ ਹੀ ਇੰਗਲੈਂਡ ਆ ਗਏ ਤੇ ਇਹਨਾਂ ਦਾ ਬਚਪਨ ਇੰਗਲੈਂਡ ਵਿੱਚ ਹੀ ਬੀਤਿਆ ਤੇ ਇਹਨਾਂ ਨੇ ਕਾਲਜ ਲੈਵਲ ਦੀ ਪੜ੍ਹਾਈ ਤੱਕ ਇੰਗਲੈਂਡ ਵਿੱਚ ਰਹਿ ਕੇ ਹੀ ਕੰਪਲੀਟ ਕੀਤੀ। ਪੀਟਰ ਵਿਰਦੀ ਨੂੰ ਕਾਰੋਬਾਰ ਉਸਨੂੰ ਵਿਰਾਸਤ ਵਿੱਚ ਨਹੀਂ ਸੀ ਮਿਲਿਆ। ਉਸਨੇ ਜ਼ੀਰੋ ਤੋਂ ਲੈ ਕੇ ਸਾਰਾ ਕੁਝ ਆਪ ਖੜਾ ਕੀਤਾ। ਕਾਰੋਬਾਰ ਤੋਂ ਪਹਿਲਾਂ ਪੀਟਰ ਵਿਰਦੀ ਜਿਵੇਂ ਦੱਸਦੇ ਹਨ, ਉਹਨਾਂ ਨੇ ਵੀ ਇੱਕ ਆਮ ਇਨਸਾਨ ਵਾਂਗੂ ਹੀ ਕੰਮ ਕਰਨ ਬਾਰੇ ਸੋਚਿਆ ਸੀ ਤੇ ਇਸ ਲਈ ਉਹਨਾਂ ਨੇ ਇੱਕ ਲੈਬੋਰਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪਰ ਉੱਥੇ ਕੰਮ ਕਰਦਿਆਂ ਉਹਨਾਂ ਦਾ ਮਨ ਨਹੀਂ ਲੱਗਿਆ ਤੇ ਲੈਬੋਰਟਰੀ ਦੇ ਮਾਲਕ ਦੇ ਕਹੇ ਅਨੁਸਾਰ ਕੰਮ ਨਹੀਂ ਕੀਤਾ ਤੇ ਆਖਿਰ ਉਹਨਾਂ ਨੇ ਕੰਮ ਛੱਡ ਦਿੱਤਾ ਤੇ ਫਿਰ ਇਸੇ ਤੋਂ ਬਾਅਦ ਹੀ ਉਹਨਾਂ ਨੇ ਕੁਝ ਆਪਣਾ ਕਾਰੋਬਾਰ ਕਰਨ ਬਾਰੇ ਸੋਚਿਆ। ਇਸ ਤੋਂ ਬਾਅਦ ਜਿਵੇਂ ਪੀਟਰ ਵਿਰਦੀ ਜੀ ਕਹਿੰਦੇ ਹਨ ਕਿ ਜਿਸ ਦਿਨ ਤੋਂ ਕਾਰੋਬਾਰ ਵਿੱਚ ਪੈ ਗਿਆ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਉਹਨਾਂ ਦਾ ਕਾਰੋਬਾਰ ਸਿਰਫ ਉਤਾਂਹ ਵੱਲ ਨੂੰ ਹੀ ਚੱਲਿਆ। ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਾਪਰਟੀ ਬਿਜ਼ਨਸ ਵਿੱਚ ਹੱਥ ਅਜਮਾਇਆ ਤੇ ਇਸ ਵਿੱਚ ਬਹੁਤ ਸਫਲਤਾ ਹਾਸਲ ਕੀਤੀ ਤੇ ਇਸ ਤੋਂ ਬਾਅਦ ਕੁਝ ਨਵੀਂ ਟੈਕਨੋਲੋਜੀ ਜਿਵੇਂ ਸੋਲਰ ਪਾਵਰ ਅਤੇ ਇੰਸ਼ੋਰੈਂਸ, ਜੋ ਕਿ ਇੱਕ ਹੋਰ ਇਹਨਾਂ ਦੇ ਵੱਡੇ ਕਾਰੋਬਾਰ ਹਨ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੀਆਂ ਕੰਪਨੀਆਂ ਜੋ ਕਿ ਲਗਭਗ 10 ਤੋਂ 15 ਦੇ ਕਰੀਬ ਹਨ, ਉਹਨਾਂ ਵਿੱਚ ਸ਼ੇਅਰ ਖਰੀਦੇ ਹੋਏ ਹਨ। ਇਹਨਾਂ ਦੀ ਮੁੱਖ ਆਮਦਨ ਦਾ ਸਾਧਨ ਪ੍ਰਾਪਰਟੀ ਬਿਜ਼ਨਸ ਤੇ ਸੋਲਰ ਪਾਵਰ ਤੋਂ ਆਉਂਦਾ ਹੈ। ਇੰਟਰਨੈਟ ਦੇ ਮੁਤਾਬਕ ਇਹਨਾਂ ਕੋਲ ਲਗਭਗ 4 ਬਿਲੀਅਨ ਪਾਉਂਡ ਦੇ ਕਰੀਬ ਦਾ ਬਿਜ਼ਨਸ ਹੈ। ਕਿਸੇ ਵੀ ਹੋਰ ਸਿੱਖ ਪੰਜਾਬੀ ਨਾਲੋਂ ਬਹੁਤ ਜ਼ਿਆਦਾ ਵੱਧ ਹੈ। ਬਹੁਤ ਜ਼ਿਆਦਾ ਵੱਡਾ ਕਾਰੋਬਾਰ ਹੋਣ ਕਰਕੇ ਇਹ ਇਸ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦੇ ਹਨ। 2016-17 ਵਿੱਚ ਇਹਨਾਂ ਨੇ ਵਿਦੇਸ਼ੀ ਧਰਤੀ ਉੱਤੇ ਬਣੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ, ਜੋ ਕਿ ਸੈਂਟਰਲ ਇੰਗਲੈਂਡ ਵਿੱਚ ਸਥਿਤ ਹੈ ਤੇ ਇਹ ਲਗਭਗ 110 ਸਾਲ ਦੇ ਕਰੀਬ ਪੁਰਾਣਾ ਹੈ। ਇਸ ਗੁਰਦੁਆਰੇ ਲਈ ਪੀਟਰ ਵਿਰਦੀ ਜੀ ਨੇ ਸੰਗਤ ਦੀ ਮਦਦ ਨਾਲ ਲਗਭਗ 12 ਲੱਖ ਪਾਉਂਡ ਦੀ ਸੇਵਾ ਕੀਤੀ। ਇਸ ਗੁਰਦੁਆਰੇ ਦੀ ਰੈਨੋਵੇਸ਼ਨ ਤੇ ਨਾਲ ਇਹਨਾਂ ਨੇ ਐਡਵਾਂਸ ਟੈਕਨੋਲੋਜੀ ਨਾਲ ਲੈਸ ਸਾਊਂਡ ਸਿਸਟਮ, ਸਕਰੀਨ ਪ੍ਰੋਜੈਕਟਰ ਸਿਸਟਮ ਤੇ ਨਾਲ ਹੀ ਇੱਕ ਲਾਈਟਨਿੰਗ ਸਿਸਟਮ ਲਗਵਾਇਆ, ਜੋ ਕਿ ਸਵੇਰ ਅਤੇ ਸ਼ਾਮ ਦੇ ਹਿਸਾਬ ਨਾਲ ਕਲਰਸ ਚੇਂਜ ਕਰਦਾ ਹੈ। ਪੀਟਰ ਵਿਰਦੀ ਜੀ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਫਾਊਂਡੇਸ਼ਨ ਵਿਰਦੀ ਫਾਊਂਡੇਸ਼ਨ, ਜਿਸ ਵਿੱਚ ਇਹਨਾਂ ਦੁਆਰਾ ਪੁਰਾਣੇ ਗੁਰਦੁਆਰਿਆਂ ਦੀ ਸਾਂਭ ਸੰਭਾਲ, ਜੋ ਕਿ ਆਲ ਓਵਰ ਵਰਲਡ ਸਥਿਤ ਹਨ। ਇਹਨਾਂ ਵਿੱਚ ਇਹ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਹੈਲਥ ਰਿਲੇਟਡ ਚੀਜ਼ਾਂ ਵੀ ਪ੍ਰਦਾਨ ਕਰਦੇ ਹਨ, ਸਪੈਸ਼ਲੀ ਜਿੱਥੇ ਪੜ੍ਹਾਈ ਅਤੇ ਹੈਲਥ ਦੀ ਕੰਡੀਸ਼ਨ ਕਾਫੀ ਖਰਾਬ ਹੈ, ਜਿਵੇਂ ਕਿ ਅਫਰੀਕਾ ਵਿੱਚ ਫਾਊਂਡੇਸ਼ਨ, ਜੋ ਕਿ ਕਾਫੀ ਸਾਰੇ ਬੱਚਿਆਂ ਨੂੰ ਬੇਸਿਕ ਸਹੂਲਤਾਂ ਪ੍ਰਦਾਨ ਕਰਦੇ ਹਨ। ਤੇ ਇਸ ਫਾਊਂਡੇਸ਼ਨ ਦੀ ਇੱਕ ਵੈਬਸਾਈਟ ਵੀ ਹੈ, ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਿੱਤਾ ਜਾਵੇਗਾ। ਦੂਜੇ ਨੰਬਰ ਤੇ ਆਉਂਦੇ ਹਨ ਅਜੇ ਪਾਲ ਬੰਗਾ, ਜਿਨ੍ਹਾਂ ਦਾ ਕਿ ਜਨਮ ਸਿੱਖ ਸੈਣੀ ਪਰਿਵਾਰ ਵਿੱਚ ਪੂਨੇ, ਮਹਾਰਾਸ਼ਟਰ ਵਿਖੇ ਹੋਇਆ। ਇਹਨਾਂ ਦੇ ਪਿਤਾ, ਜੋ ਕਿ ਇੱਕ ਆਰਮੀ ਆਫੀਸਰ ਸਨ, ਉਹ ਜਲੰਧਰ ਸ਼ਹਿਰ ਨੂੰ ਬਿਲੋਂਗ ਕਰਦੇ ਸਨ। ਪਿਤਾ ਦੀ ਫੌਜ ਦੀ ਨੌਕਰੀ ਹੋਣ ਕਾਰਨ ਇਹਨਾਂ ਨੇ +2 ਤੱਕ ਦੀ ਪੜ੍ਹਾਈ ਕਾਫੀ ਅਲੱਗ-ਅਲੱਗ ਸ਼ਹਿਰਾਂ ਤੋਂ ਕੀਤੀ, ਜਿਨ੍ਹਾਂ ਵਿੱਚ ਜਲੰਧਰ, ਦਿੱਲੀ, ਅਹਿਮਦਾਬਾਦ, ਸ਼ਿਮਲਾ ਵੀ ਸ਼ਾਮਲ ਹਨ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇੱਕ ਆਮ ਬੰਦਾ ਇੱਕ ਸਥਾਨ ਤੇ ਸਿਰਫ
2 ਜਾਂ 3 ਸਾਲ ਨੌਕਰੀ ਕਰਦਾ ਹੈ ਜਾਂ ਵੱਧ ਤੋਂ ਵੱਧ 4 ਜਾਂ 5 ਸਾਲ ਨੌਕਰੀ ਕਰ ਲੈਂਦਾ ਹੈ। ਪਰ ਅਜੇਪਾਲ ਬੰਗਾ ਨੇ ਨੈਸਲੇ ਕੰਪਨੀ, ਜੋ ਕਿ ਚਾਕਲੇਟ ਕਈ ਤਰ੍ਹਾਂ ਦੇ ਪ੍ਰੋਡਕਟ ਬਣਾਉਣ ਵਿੱਚ ਮਸ਼ਹੂਰ ਹੈ, ਉਸ ਵਿੱਚ 1981 ਤੋਂ ਲੈ ਕੇ 13 ਸਾਲ ਲਗਭਗ ਨੌਕਰੀ ਕੀਤੀ। ਅਤੇ ਇਹਨਾਂ 13 ਸਾਲਾਂ ਦੀ ਬਦੌਲਤ ਜੋ ਇਹਨਾਂ ਨੇ ਸਿੱਖਿਆ ਜਾਂ ਐਕਸਪੀਰੀਅੰਸ ਗੇਨ ਕੀਤਾ, ਇਸ ਦੇ ਕਰਕੇ ਹੀ ਅੱਜ ਇਹ ਜੋ ਇਹਨਾਂ ਨੇ 13 ਸਾਲਾਂ ਵਿੱਚ ਸਿੱਖਿਆ, ਉਸ ਦੀ ਬਦੌਲਤ ਹੀ ਅੱਜ ਇਹ ਇੱਥੇ ਤੱਕ ਪਹੁੰਚੇ ਹਨ। ਜੋ ਇਹ ਦੱਸਦੇ ਹਨ ਕਿ ਇਹਨਾਂ ਨੇ 13 ਸਾਲਾਂ ਵਿੱਚ ਇੱਕ ਸਭ ਤੋਂ ਵੱਡੀ ਗੱਲ ਜੋ ਸਿੱਖੀ ਕਿ ਇਹ ਕੰਪਨੀ ਦੇ ਮਾਲਕ ਤੋਂ ਲੈ ਕੇ ਕੰਪਨੀ ਦੇ ਸਭ ਤੋਂ ਛੋਟੇ ਕਰਮਚਾਰੀ ਸਾਰਿਆਂ ਨੂੰ ਇਕੱਠੇ ਬਿਠਾ ਕੇ ਸਾਰਿਆਂ ਨਾਲ ਗੱਲਬਾਤ ਕਰਦੇ ਸਨ। ਅਤੇ ਇਹੀ ਕਾਰਨ ਹੈ ਕਿ ਇਹਨਾਂ ਨੇ ਆਪਦੀ ਜ਼ਿੰਦਗੀ ਵਿੱਚ ਕਾਫੀ ਸਾਰੀ ਸਫਲਤਾ ਹਾਸਲ ਕੀਤੀ ਹੈ, ਕਿਉਂਕਿ ਇਹ ਕਹਿੰਦੇ ਹਨ ਕਿ ਆਪਾਂ ਨੂੰ ਹਰ ਇੱਕ ਬੰਦੇ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ, ਚਾਹੇ ਉਹ ਆਪਣੇ ਅਹੁਦੇ ਨਾਲੋਂ ਵੱਡਾ ਹੋਵੇ, ਚਾਹੇ ਬਹੁਤ ਜ਼ਿਆਦਾ ਛੋਟਾ ਹੋਵੇ। 13 ਸਾਲ ਨੈਸਲੇ ਵਿੱਚ ਕੰਮ ਕਰਨ ਤੋਂ ਬਾਅਦ ਥੋੜ੍ਹੇ ਸਾਲ ਸਿਟੀ ਕੰਪਨੀ ਵਿੱਚ ਕੰਮ ਕਰਕੇ ਇਹਨਾਂ ਨੇ 2010 ਵਿੱਚ ਮਾਸਟਰਕਾਰਡ ਨੂੰ ਜੁਆਇਨ ਕੀਤਾ ਅਤੇ ਇਹਨਾਂ ਨੂੰ ਮਾਸਟਰਕਾਰਡ ਨੇ CEO ਨਿਯੁਕਤ ਕੀਤਾ, ਕਿਉਂਕਿ ਉਸ ਟਾਈਮ ਵਿੱਚ ਮਾਸਟਰਕਾਰਡ ਜੋ ਕਿ ਬਹੁਤ ਜ਼ਿਆਦਾ ਵਧੀਆ ਹਾਲਤ ਵਿੱਚ ਨਹੀਂ ਸੀ ਚੱਲ ਰਹੀ। ਜੇਕਰ ਆਪਾਂ ਅੱਜ ਆਮ ਤੌਰ 'ਤੇ ਦੇਖਦੇ ਹਾਂ, ਹਰ ਇੱਕ ਇਨਸਾਨ ਕੋਲ ਡੈਬਿਟ ਜਾਂ ਫਿਰ ਕ੍ਰੈਡਿਟ ਕਾਰਡ ਹੈ। ਉਹ ਸਾਰਾ ਕੁਝ ਇਹਨਾਂ ਦੀ ਬਦੌਲਤ ਹੀ ਹੈ, ਕਿਉਂਕਿ ਇਹਨਾਂ ਨੇ ਮਾਸਟਰਕਾਰਡ ਵਿੱਚ ਰਹਿ ਕੇ ਬਹੁਤ ਜ਼ਿਆਦਾ ਮਿਹਨਤ ਕਰਕੇ ਮਾਸਟਰਕਾਰਡ ਨੂੰ ਇੱਕ ਬਹੁਤ ਵੱਡੀ ਕੰਪਨੀ ਵਿੱਚ ਬਦਲ ਦਿੱਤਾ, ਜਿਸ ਕਰਕੇ ਇਹਨਾਂ ਨੂੰ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਫੋਰਬਸ ਨੇ ਕਮਾਈ ਕਰਨ ਦੇ 18ਵਾਂ ਸਥਾਨ ਮਿਲਿਆ। ਇਹਨਾਂ ਦੀ ਅੱਜ ਤੱਕ ਦੀ ਕੁੱਲ ਕਮਾਈ ਜੋ ਕਿ ਲਗਭਗ $222 ਮਿਲੀਅਨ ਦੇ ਕਰੀਬ ਹੈ। ਜੇਕਰ ਆਪਾਂ ਗੱਲ ਕਰੀਏ ਇੱਕ ਆਮ ਇਨਸਾਨ ਜਿੰਨੀ ਕਮਾਈ 10 ਸਾਲਾਂ ਵਿੱਚ ਕਰਦਾ ਹੈ, ਤਾਂ ਉਹ ਕਮਾਈ ਸਿਰਫ ਇਹ ਇੱਕ ਦਿਨ ਦੇ ਵਿੱਚ ਕਰ ਲੈਂਦੇ ਹਨ, ਕਿਉਂਕਿ ਇਹਨਾਂ ਦੀ ਇੱਕ ਦਿਨ ਦੀ ਕਮਾਈ ਲਗਭਗ 45 ਤੋਂ 50 ਲੱਖ ਰੁਪਏ ਦੇ ਕਰੀਬ ਹੈ। ਜਿਵੇਂ ਤੁਸੀਂ ਪਿਛਲੇ ਕੁਝ ਸਾਲਾਂ ਵਿੱਚ ਸੁਣਿਆ ਹੀ ਹੋਵੇਗਾ, ਇਹ ਆਪਣੀ ਪੱਗਾਂ ਦੇ ਮੈਚਿੰਗ ਕਲਰ ਦੀ ਰੋਲਸ ਰੋਇਸ ਕਾਰਾਂ ਕਰਕੇ ਕਾਫੀ ਮਸ਼ਹੂਰ ਹੋਏ ਸਨ ਅਤੇ ਇਹਨਾਂ ਕੋਲ ਕਿਸੇ ਵੀ ਆਮ ਕਾਰੋਬਾਰੀ ਨਾਲੋਂ ਜ਼ਿਆਦਾ ਰੋਲਸ ਰੋਇਸ ਕਾਰਾਂ ਹਨ, ਜੋ ਕਿ ਲਗਭਗ 25 ਤੋਂ 30 ਦੇ ਵਿੱਚ ਹਨ। ਦੋਸਤੋ, ਰਵੀਨ ਸਿੰਘ ਦਾ ਜਨਮ 1976 ਇੰਗਲੈਂਡ ਵਿਖੇ ਹੋਇਆ ਅਤੇ ਮੁੱਢਲੀ ਪੜ੍ਹਾਈ ਵੀ ਇਹਨਾਂ ਨੇ ਇੰਗਲੈਂਡ ਵਿੱਚ ਹੀ ਰਹਿ ਕੇ ਕੰਪਲੀਟ ਕੀਤੀ ਅਤੇ ਲਗਭਗ 12-13 ਸਾਲਾਂ ਦੀ ਉਮਰ ਵਿੱਚ ਹੀ ਆਪਣੇ ਪਿਤਾ ਦੇ ਬਿਜ਼ਨਸ ਵਿੱਚ ਹੱਥ ਵਟਾਉਣ ਲੱਗੇ। ਇਸ ਤੋਂ ਬਾਅਦ ਇਹਨਾਂ ਨੇ 18-19 ਸਾਲ ਦੀ ਉਮਰ ਵਿੱਚ ਇੱਕ ਆਪਦੀ ਕੰਪਨੀ ਸ਼ੁਰੂ ਕੀਤੀ, ਜਿਸ ਦਾ ਕਿ ਨਾਮ ਮਿਸ ਐਟੀਟਿਊਡ ਸੀ। ਇਹ ਫੀਮੇਲ ਰਿਲੇਟਡ ਕਲੋਥਸ ਜਾਂ ਫਿਰ ਮੇਕਅਪ ਦਾ ਸਮਾਨ ਖਰੀਦਦੇ ਅਤੇ ਵੇਚਦੇ ਸਨ। ਇਹਨਾਂ ਨੇ ਆਪਣੀ ਛੋਟੀ ਉਮਰ ਵਿੱਚ ਜੋ ਕਿ ਲਗਭਗ 20 ਸਾਲਾਂ ਤੋਂ ਵੀ ਘੱਟ ਉਮਰ ਵਿੱਚ ਬਹੁਤ ਵੱਡੀ ਕੰਪਨੀ ਬਣਾ ਲਈ ਸੀ, ਜਿਸ ਦੇ ਕਿ ਲਗਭਗ ਪੂਰੇ ਇੰਗਲੈਂਡ ਵਿੱਚ 100 ਤੋਂ ਵੱਧ ਸਟੋਰ ਸਨ ਅਤੇ ਜਿਸ ਕਰਕੇ ਇਹਨਾਂ ਨੂੰ ਇੰਗਲੈਂਡ ਦਾ ਬਿਲ ਗੇਟਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਮਿਲੀਅਨਰ ਬਣ ਕੇ ਵਿਖਾਇਆ ਅਤੇ ਨਾਲ ਦੀ ਨਾਲ ਹੀ ਗਿਨੀਜ਼ ਵਰਲਡ ਰਿਕਾਰਡ ਦੀ ਬੁੱਕ ਵਿੱਚ ਵੀ ਆਪਦਾ ਨਾਮ ਦਰਜ ਕਰਵਾਇਆ ਸੀ। ਪਰ ਕੁਝ ਸਮੇਂ ਬਾਅਦ ਕੰਪੀਟੀਸ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਦਾ ਇਹ ਬਿਜ਼ਨਸ ਘਾਟੇ ਵਿੱਚ ਚਲਾ ਗਿਆ ਅਤੇ ਜਿਸ ਕਰਕੇ ਇਸ ਨੂੰ ਇਹਨਾਂ ਨੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਇਹਨਾਂ ਨੇ ਆਲ ਡੇ ਪਾ ਨਾਮ ਦੀ ਕੰਪਨੀ ਦੀ ਸ਼ੁਰੂਆਤ ਕੀਤੀ, ਜੋ ਕਿ ਕਿਸੇ ਵੀ ਕੰਪਨੀ ਲਈ 24 ਘੰਟੇ, ਭਾਵੇਂ ਉਹ ਦਿਨ ਹੋਵੇ ਭਾਵੇਂ ਰਾਤ, ਉਹਨਾਂ ਨੂੰ ਆਉਣ ਵਾਲੀਆਂ ਕਾਲਸ ਨੂੰ ਹੈਂਡਲ ਕਰਦੇ ਅਤੇ ਉਹਨਾਂ ਦਾ ਕੰਮ ਦੀ ਦੇਖ ਰੇਖ ਕਰਦੇ ਸਨ। ਅਤੇ ਸ਼ੁਰੂ ਵਿੱਚ ਲਗਭਗ ਇਹ 2300 ਕੰਪਨੀਜ਼ ਦੇ ਕੰਮ ਦੀ ਦੇਖ ਰੇਖ ਕਰਦੇ ਅਤੇ ਉਹਨਾਂ ਦੀਆਂ ਕਾਲਸ ਲੈਂਦੇ ਸਨ। ਇਸ ਤੋਂ ਬਾਅਦ ਕੁਝ ਮਾੜੇ ਦੌਰ ਕਰਕੇ 2004 ਤੋਂ 2007 ਦੇ ਵਿੱਚ ਇਹਨਾਂ ਦੀ ਇਹ ਕੰਪਨੀ ਬੈਂਕਰਪਟੈਂਸੀ ਹੋ ਗਈ। ਪਰ ਫਿਰ ਇੱਕ ਵਾਰ ਇਹਨਾਂ ਨੇ ਸਖਤ ਮਿਹਨਤ ਕਰਕੇ ਇਹਨਾਂ ਨੇ ਲਗਭਗ 2010 ਤੋਂ 2014 ਦੇ ਵਿੱਚ ਫਿਰ ਤੋਂ ਮੁੜ ਇਸ ਕੰਪਨੀ ਨੂੰ ਹਾਸਲ ਕਰ ਲਿਆ ਅਤੇ ਅੱਜ ਇਹ ਇਸ ਕੰਪਨੀ ਦੇ CEO ਅਤੇ ਮਾਲਕ ਹਨ। ਜੇਕਰ ਇਹਨਾਂ ਦੀ ਕਮਾਈ ਦੀ ਗੱਲ ਕਰ ਲਈਏ ਤਾਂ ਇਹ ਇਸ ਸੂਚੀ ਵਿੱਚ ਤੀਜੇ ਨੰਬਰ 'ਤੇ ਆਉਂਦੇ ਹਨ ਅਤੇ ਜੇਕਰ ਇਹਨਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਲਗਭਗ 80 ਮਿਲੀਅਨ ਪਾਉਂਡ, ਜੋ ਕਿ 103 ਮਿਲੀਅਨ $US ਦੇ ਕਰੀਬ ਬਣਦੇ ਹਨ। ਦੋਸਤੋ, ਇਸ ਲਿਸਟ 'ਤੇ ਚੌਥੇ ਨੰਬਰ 'ਤੇ ਆਉਂਦੇ ਹਨ ਸੰਤ ਚਟਵਾਲ, ਜਿਨ੍ਹਾਂ ਦਾ ਕਿ ਹੋਟਲਸ ਅਤੇ ਰੈਸਟੋਰੈਂਟ ਦਾ ਬਿਜ਼ਨਸ ਪੂਰੇ
ਅਮਰੀਕਾ ਵਿੱਚ ਫੈਲਿਆ ਹੋਇਆ ਹੈ। ਸਟਵਾਲ ਦਾ ਜਨਮ ਪਾਕਿਸਤਾਨ ਪੰਜਾਬ ਵਿਖੇ ਹੋਇਆ ਤੇ ਇਹ ਦੱਸਦੇ ਹਨ ਕਿ 1947 ਦੀ ਵੰਡ ਸਮੇਂ ਇਹਨਾਂ ਦੇ 11 ਭਾਈ ਭੈਣ ਸਮੇਤ ਇਹ ਇੱਕ ਰਿਫਿਊਜੀ ਕੈਂਪ ਵਿੱਚ ਲਗਭਗ 6 ਮਹੀਨਿਆਂ ਲਈ ਰਹੇ। ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹਨਾਂ ਨੇ ਇੰਡੀਅਨ ਨੈਵੀਗੇਸ਼ਨ ਏਅਰਕ੍ਰਾਫਟ ਕੈਰੀਅਰ ਵਿਕਰਾਂਤ ਵਿੱਚ ਕੰਮ ਕੀਤਾ ਤੇ ਲਗਭਗ 21 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਇੱਕ ਸੈਟਲਡ ਜੌਬ ਮਿਲ ਚੁੱਕੀ ਸੀ, ਜੋ ਕਿ ਇੱਕ ਇਥੋਪੀਅਨ ਏਅਰਲਾਈਨਸ ਦੀ ਸੀ। ਇਥੋਪੀਅਨ ਏਅਰਲਾਈਨਸ ਵਿੱਚ ਜੌਬ ਹੋਣ ਕਾਰਨ ਇਹਨਾਂ ਨੂੰ ਇਥੋਪੀਆ ਮੂਵ ਕਰਨਾ ਪਿਆ, ਪਰ ਉੱਥੇ ਜਾ ਕੇ ਇਹਨਾਂ ਨੇ ਇਹ ਜੌਬ ਛੱਡ ਦਿੱਤੀ ਕਿਉਂਕਿ ਉੱਥੇ ਇਹਨਾਂ ਨੂੰ ਜੌਬ ਕਰਨ ਲਈ ਪੱਗ ਉਤਾਰਨ ਦੀ ਲੋੜ ਪੈਣੀ ਸੀ। ਇਸ ਕਰਕੇ ਉਹਨਾਂ ਨੇ ਇਸ ਜੌਬ ਤੋਂ ਪੂਰੀ ਤੌਰ ਤੇ ਨਾ ਕਰ ਦਿੱਤੀ ਤੇ ਇਸ ਤੋਂ ਬਾਅਦ ਇਹ ਪ੍ਰਾਈਵੇਟ ਟਿਊਸ਼ਨਸ ਅਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਲੱਗੇ ਤੇ ਇਸੇ ਰੈਸਟੋਰੈਂਟ ਤੋਂ ਹੀ ਇਹਨਾਂ ਦੇ ਬਿਜ਼ਨਸਮੈਨ ਬਣਨ ਦੀ ਸ਼ੁਰੂਆਤ ਹੋਈ ਸੀ। ਦੋਸਤੋ, ਸੰਤ ਚਰਵਾਲ ਦੱਸਦੇ ਹਨ ਕਿ ਜਦੋਂ ਇੱਕ ਵਾਰ ਇਹਨਾਂ ਦੇ ਰੈਸਟੋਰੈਂਟ ਦੇ ਮਾਲਕ ਬਿਮਾਰ ਹੋ ਗਏ ਤਾਂ ਇਹਨਾਂ ਨੇ ਪੂਰਾ ਕੰਮ ਸੰਭਾਲਿਆ ਤੇ ਨਾਲ ਦੀ ਨਾਲ ਹੀ ਸੇਲ ਵੀ ਕਈ ਗੁਣਾ ਕਰ ਦਿੱਤੀ, ਜਿਸ ਤੋਂ ਖੁਸ਼ ਹੋ ਕੇ ਇਹਨਾਂ ਦੇ ਮਾਲਕ ਨੇ ਹੋਟਲ ਵਿੱਚ ਇਹਨਾਂ ਨੂੰ 50% ਹਿੱਸੇਦਾਰੀ ਆਫਰ ਕੀਤੀ। ਪਰ ਕੁਝ ਸਮੇਂ ਬਾਅਦ ਇਹ ਯੂਐਸ ਤੇ ਲਗਭਗ ਸਿਰਫ 10 ਸਾਲਾਂ ਦੀ ਕੜੀ ਮਿਹਨਤ ਦੇ ਨਾਲ ਇਹਨਾਂ ਨੇ 1986 ਵਿੱਚ ਲਗਭਗ 76 ਰੈਸਟੋਰੈਂਟਸ ਪੂਰੇ ਅਮਰੀਕਾ ਵਿੱਚ ਬਣਾ ਲਏ ਸੀ। ਰੈਸਟੋਰੈਂਟ ਦੇ ਬਿਜ਼ਨਸ ਤੋਂ ਬਾਅਦ ਇਹਨਾਂ ਨੇ ਹੋਟਲ ਬਿਜ਼ਨਸ ਵਿੱਚ ਵੀ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਨਿਊਯਾਰਕ ਵਿੱਚ ਪਹਿਲਾ ਜੋ ਹੋਟਲ ਖੋਲ੍ਹਿਆ ਉਸ ਦਾ ਉਦਘਾਟਨ ਬਿਲ ਕਲਿੰਟਨ ਵੱਲੋਂ ਕੀਤਾ ਗਿਆ ਸੀ। ਜੇਕਰ ਗੱਲ ਕਰੀਏ ਇਹਨਾਂ ਦੇ ਨੈਟ ਵਰਥ ਦੀ ਜੋ ਕਿ ਹਰ ਤਰ੍ਹਾਂ ਦੇ ਬਿਜ਼ਨਸ ਤੋਂ ਆਉਂਦੀ ਹੈ ਤਾਂ ਇਹਨਾਂ ਦੀ ਲਗਭਗ ਨੈਟ ਵਰਥ 20 ਮਿਲੀਅਨ ਦੇ ਕਰੀਬ ਬਣਦੀ ਹੈ। ਦੋਸਤੋ, ਇਸ ਲਿਸਟ ਦੇ ਸਭ ਤੋਂ ਅਖੀਰ ਵਿੱਚ ਆਉਂਦੇ ਹਨ ਮਲਵਿੰਦਰ ਸਿੰਘ ਤੇ ਇਹਨਾਂ ਦੇ ਅਖੀਰ ਤੇ ਆਉਣ ਦਾ ਵੀ ਇੱਕ ਰਹੱਸਮਈ ਕਾਰਨ ਹੈ ਕਿਉਂਕਿ ਵੈਸੇ ਤਾਂ ਜੇਕਰ ਆਪਾਂ 2016 ਤੱਕ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਅੱਜ ਦੇ ਮੁਕਾਬਲੇ ਕਈ ਹਜ਼ਾਰ ਗੁਣਾ ਪੈਸਾ ਸੀ, ਪਰ ਜੇ ਅੱਜ ਦੀ ਗੱਲ ਕਰੀਏ ਤਾਂ ਇਹ ਪੂਰੀ ਤਰ੍ਹਾਂ ਦੇ ਨਾਲ ਬੈਂਕਰਪਟ ਹੋ ਚੁੱਕੇ ਹਨ, ਜਿਸ ਦੇ ਕਿ ਕਈ ਕਾਰਨ ਹਨ ਤੇ ਇਸ ਪਿੱਛੇ ਕਈ ਕੇਸ ਵੀ ਚੱਲ ਰਹੇ ਹਨ। ਕਹਾਣੀ ਸ਼ੁਰੂ ਹੁੰਦੀ ਹੈ ਅੱਜ ਤੋਂ ਲਗਭਗ 70-80 ਸਾਲ ਪਹਿਲਾਂ। ਭਾਰਤ ਪਾਕਿਸਤਾਨ ਵੰਡ ਦੇ ਸਮੇਂ ਮੋਹਨ ਸਿੰਘ, ਜੋ ਕਿ ਮਲਵਿੰਦਰ ਸਿੰਘ ਦੇ ਦਾਦਾ ਜੀ ਸਨ, ਉਹਨਾਂ ਨੇ 1947 ਵਿੱਚ ਰਣਵੈਕਸੀ ਨਾਮ ਦੀ ਇੱਕ ਕੰਪਨੀ ਖਰੀਦੀ। ਇਸ ਤੋਂ ਬਾਅਦ ਮੋਹਨ ਸਿੰਘ ਦੁਆਰਾ ਆਪਣੇ ਕਾਰੋਬਾਰ ਨੂੰ ਅੱਗੇ 3 ਹਿੱਸਿਆਂ ਵਿੱਚ ਵੰਡਿਆ, ਜਿਸ ਵਿੱਚ ਪਰਵਿੰਦਰ ਸਿੰਘ, ਜੋ ਕਿ ਮਲਵਿੰਦਰ ਸਿੰਘ ਦੇ ਪਿਤਾ ਜੀ ਸਨ, ਉਹਨਾਂ ਦੇ ਹਿੱਸੇ ਰਣਵੈਕਸੀ ਨਾਮ ਦੀ ਕੰਪਨੀ ਆਈ। 2006 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਲਵਿੰਦਰ ਸਿੰਘ ਤੇ ਉਹਨਾਂ ਦੇ ਭਰਾ ਦੁਆਰਾ ਇਹ ਕੰਪਨੀ ਇੱਕ ਜਾਪਾਨੀ ਕੰਪਨੀ ਨੂੰ ਵੇਚ ਦਿੱਤੀ ਗਈ ਤੇ ਇਸ ਤੋਂ ਮਿਲੇ ਪੈਸੇ, ਜੋ ਕਿ ਲਗਭਗ 15,000 ਕਰੋੜ ਰੁਪਏ ਦੇ ਕਰੀਬ ਬਣਦੇ ਹਨ, ਉਸ ਨੂੰ ਇਹਨਾਂ ਨੇ ਆਪਣੀ ਫੋਰਟਿਸ ਹਸਪੀਟਲ ਦੀ ਚੇਨ ਵਿੱਚ ਲਗਾਇਆ ਤੇ ਨਾਲ ਦੀ ਨਾਲ ਹੋਰ ਕਈ ਕਾਰੋਬਾਰਾਂ ਵਿੱਚ ਵੀ ਲਗਾਇਆ। ਇਸ ਤੋਂ ਬਾਅਦ ਹੌਲੀ-ਹੌਲੀ ਕੰਮ ਕਰਦਿਆਂ ਇਹਨਾਂ ਕੋਲ ਲਗਭਗ $3 ਬਿਲੀਅਨ ਦੀ ਜਾਇਦਾਦ ਇਕੱਠੀ ਹੋ ਗਈ। ਪਰ ਕੁਝ ਸਮੇਂ ਬਾਅਦ ਇਹਨਾਂ ਨੇ ਆਪਣੀ ਜਾਇਦਾਦ ਦਾ ਅੱਧੇ ਤੋਂ ਵੀ ਵੱਧ ਹਿੱਸਾ, ਜੋ ਕਿ ਲਗਭਗ 2.5 ਬਿਲੀਅਨ ਜਾਂ ਫਿਰ 22,500 ਕਰੋੜ ਰੁਪਏ ਦੇ ਕਰੀਬ ਬਣਦਾ ਹੈ, ਇੱਕ ਬਾਬਾ ਜੀ ਦੇ ਮਗਰ ਲੱਗ ਕੇ ਗਵਾ ਲਿਆ। ਇਸ ਸਮੇਂ ਕਈ ਕੇਸ ਵੀ ਚੱਲ ਰਹੇ ਹਨ ਤੇ ਹੁਣ ਇਹ $3 ਬਿਲੀਅਨ ਦੀ ਕੰਪਨੀ ਤੋਂ ਸਿੱਧਾ ਕੰਗਾਲ ਹੋ ਗਏ ਤੇ ਨਾਲ ਦੀ ਨਾਲ ਕਈ ਹੋਰ ਲੋਕਾਂ ਨੇ ਇਹਨਾਂ ਤੇ ਧੋਖੇਧੜੀ ਦੇ ਕੇਸ ਵੀ ਕੀਤੇ ਹੋਏ ਹਨ।